चिट्टे दुध वांगू जिंदगी बना दे मेरे सुतड़े तू लेक जगा दे। चिट्टे दुध वांगू जिंदगी बना दे मेरे सुतड़े तू लेक जगा दे। तौबा तौबा मेरी शाफी तौबा मेरी, तौबा तौबा मेरी शाफी तौबा मेरी, हथ रहम दा हुण ते वदा दे मेरे सुतड़े तू लेख जगा दे। चिट्टे दुध वांगू जिंदगी बना दे मेरे सुतड़े तू लेक जगा दे। शाफी रोग अवलड़े ने मेरे, आए लेके मैं दर ते तेरे। शाफी रोग अवलड़े ने मेरे, आए लेके मैं दर ते तेरे। मेरी सुन ले दुआ के नेड़े, लामा तेरे ही कर दे मैं फेरे। मेरे जीवन नू हुण तू सजा दे मेरे सुतड़े तू लेख जगा दे। चिट्टे दुध वांगू जिंदगी बना दे मेरे सुतड़े तू लेख जगा दे। ਆਓ ਅਸੀਂ ਆਨੰਦਿਤ ਹੋਈਏ ਅਤੇ ਖੁਸ਼ੀ ਮਨਾਈਏ ਅਤੇ ਖੁਦਾ ਨੂੰ ਮਹਿਮਾ ਦਈਏ, ਕਿਉਂ ਜੋ ਸਾਡਾ ਪੂਰੀ ਕੁਦਰਤ ਵਾਲਾ ਪ੍ਰਭੂ ਖੁਦਾ ਰਾਜ ਕਰਦਾ ਹੈ। ਹਾਲੇਲੂਇਆ। ਬਾਪ ਅਤੇ ਬੇਟਾ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਦੇ ਪਹਿਲੇ ਪਾਠ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਅਤਿਆਚਾਰ ਸ਼ੁਰੂ ਹੋਇਆ, ਜਦੋਂ ਸੰਤ ਸਟੀਫਨ ਨੂੰ ਮਾਰਿਆ ਗਿਆ, ਤਾਂ ਪ੍ਰਭੂ ਯਿਸੂ ਮਸੀਹ ਦੇ ਦੂਸਰੇ ਚੇਲੇ ਦੂਸਰੀਆਂ ਜਗ੍ਹਾਵਾਂ 'ਤੇ ਜਾ ਕੇ ਪ੍ਰਚਾਰ ਕਰਨ ਲੱਗੇ। ਅਤੇ ਅੱਜ ਅਸੀਂ ਦੇਖਦੇ ਹਾਂ ਕਿ ਬਾਰਨਾਬਾਸ ਅਤੇ ਸੰਤ ਪੌਲੁਸ ਅੰਤਾਕਿਆ ਦੇ ਵਿੱਚ ਰਹਿ ਕੇ ਲੋਕਾਂ ਨੂੰ ਖੁਦਾ ਬਾਰੇ ਸਿੱਖਿਆ ਦਿੰਦੇ ਹਨ ਅਤੇ ਪਹਿਲੀ ਵਾਰੀ ਈਸਾਈ ਕਹਿਲਾਏ ਜਾਂਦੇ ਹਨ। ਸਾਨੂੰ ਪਤਾ ਹੈ ਕਿ ਈਸਾਈ ਕੌਣ ਹੈ। ਜੋ ਇਨਸਾਨ ਪ੍ਰਭੂ ਯਿਸੂ ਮਸੀਹ ਦੀ ਪੈਰਵੀ ਕਰਦਾ ਹੈ, ਉਹਦੇ ਨਕਸ਼ੇ ਕਦਮਾਂ 'ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ, ਉਹਦੀ ਸਿੱਖਿਆ ਨੂੰ ਆਪਣੀ ਜੀਵਨ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਦਾ ਹੈ, ਉਹੀ ਇੱਕ ਸੱਚਾ ਈਸਾਈ ਹੈ। ਅਸੀਂ ਬਪਤਿਸਮੇ ਦੇ ਦੁਆਰਾ ਈਸਾਈ ਹਾਂ ਅਤੇ ਪ੍ਰਭੂ ਯਿਸੂ ਮਸੀਹ ਵਿੱਚ ਅਸੀਂ ਇੱਕ ਨਵਾਂ ਜੀਵਨ ਪਾਇਆ ਹੈ। ਆਓ ਅਸੀਂ ਆਪਣੇ ਜੀਵਨ ਨੂੰ ਪ੍ਰਭੂ ਦੇ ਸੱਚੇ ਪੈਰੋਕਾਰ ਹੋਣ ਦੇ ਨਾਤੇ ਤੌਰ 'ਤੇ ਗੁਜ਼ਾਰੀਏ, ਕਿਉਂਕਿ ਅਸੀਂ ਤਾਂ ਹੀ ਆਪਣੇ ਆਪ ਨੂੰ ਈਸਾਈ ਕਹਿ ਸਕਦੇ ਹਾਂ ਜੇਕਰ ਸਾਡੇ ਵਿੱਚ ਪ੍ਰਭੂ ਦਾ ਜੀਵਨ ਹੈ। ਅਸੀਂ ਪ੍ਰਭੂ ਦੇ ਜੀਵਨ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਜੋ ਮੁਕਤੀ ਪ੍ਰਭੂ ਨੇ ਸਾਡੇ ਲਈ ਹਾਸਲ ਕੀਤੀ ਹੈ ਉਸ ਨੂੰ ਅਪਣਾਉਣ ਦੇ ਲਈ ਅਸੀਂ ਮਿਹਨਤ ਕਰਦੇ ਹਾਂ। ਆਓ ਅਸੀਂ ਆਪਣੀ ਬੁਲਾਹਟ ਨੂੰ ਪ੍ਰਭੂ ਯਿਸੂ ਮਸੀਹ ਦੇ ਪੈਰੋਕਾਰ ਹੋਣ ਨੂੰ ਆਪਣੇ ਸਾਹਮਣੇ ਰੱਖੀਏ ਅਤੇ ਜਿਸ ਤਰ੍ਹਾਂ ਚੇਲਿਆਂ ਨੇ ਹਰ ਤਰ੍ਹਾਂ ਦੇ ਅਤਿਆਚਾਰ ਸਹਿੰਦੇ ਹੋਏ ਆਪਣੇ ਈਮਾਨ ਨੂੰ ਦੂਸਰਿਆਂ ਦੇ ਸਾਹਮਣੇ ਪੇਸ਼ ਕੀਤਾ, ਆਪਣੇ ਵਿਸ਼ਵਾਸ ਦੀ ਗਵਾਹੀ ਦਿੱਤੀ ਅਤੇ ਆਪਣੇ ਲਈ ਮੁਕਤੀ ਹਾਸਲ ਕੀਤੀ ਅਤੇ ਹੋਰ ਸਾਰਿਆਂ ਲਈ ਵੀ ਮੁਕਤੀ ਹਾਸਲ ਕੀਤੀ। ਅਸੀਂ ਵੀ ਉਹਨਾਂ ਵਾਂਗ ਬਣਨ ਦੀ ਕੋਸ਼ਿਸ਼ ਕਰੀਏ ਅਤੇ ਸੱਚੇ ਪ੍ਰਭੂ ਦੇ ਪੈਰੋਕਾਰ ਬਣਨ ਦੀ ਕੋਸ਼ਿਸ਼ ਕਰੀਏ। ਪਾਕ ਮਾਸ ਦੀ ਕੁਰਬਾਨੀ ਸਾਡੇ ਲਈ ਪ੍ਰਭੂ ਯਿਸੂ ਮਸੀਹ ਦਾ ਸਾਡੇ ਨਾਲ ਹੋਣ ਦਾ ਸਬੂਤ ਹੈ, ਸਾਡੇ ਲਈ ਹਿੰਮਤ ਅਤੇ ਤਾਕਤ ਦਾ ਸਬੂਤ ਹੈ, ਪ੍ਰਭੂ ਦੀ ਸਾਡੇ ਨਾਲ ਸਾਡੇ ਕੰਮਾਂ ਵਿੱਚ ਅਗਵਾਈ ਕਰਨ ਦਾ ਸਬੂਤ ਹੈ। ਆਓ ਅਸੀਂ ਇਸ ਪਾਕ ਮਾਸ ਦੀ ਕੁਰਬਾਨੀ ਨੂੰ ਚੜਾਉਣ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ, ਆਪਣੇ ਪਾਪਾਂ 'ਤੇ ਮਾਫੀ ਮੰਗੀਏ, ਪਛਤਾਵਾ ਕਰੀਏ ਅਤੇ ਆਪਣੇ ਆਪ ਨੂੰ ਯੋਗ ਬਣਾਈਏ। ਮੈਂ ਇਕਬਾਲ ਕਰਦਾ ਹਾਂ, ਪੂਰੀ ਕੁਦਰਤ ਵਾਲੇ ਖੁਦਾ
ਅਤੇ ਤੁਹਾਡੇ ਅੱਗੇ ਇਹ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਹੀ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਾਂ ਸਦਾ ਕੁਆਰੀ ਮਰੀਅਮ, ਸਾਰੇ ਫਰਿਸ਼ਤਿਆਂ ਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਬੇਨਤੀ ਕਰਦੀ ਹਾਂ ਕਿ ਮੇਰੇ ਲਈ ਪ੍ਰਭੂ ਦਾਸ ਦੇ ਅੱਗੇ ਪ੍ਰਾਰਥਨਾ ਕਰੋ। ਸਰਵ ਸ਼ਕਤੀਮਾਨ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਵੱਲ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਅੱਜ ਅਸੀਂ ਖਾਸ ਕਰਕੇ ਮਾਨਯੋਗ ਫਾਦਰ ਚਾਕੋ ਨੂੰ ਯਾਦ ਕਰਦੇ ਹਾਂ ਜੋ ਆਪਣੀ ਆਰਡੀਨੇਸ਼ਨ ਐਨਵਰਸਰੀ ਮਨਾ ਰਹੇ ਹਨ ਕਿ ਖੁਦਾ ਉਹਨਾਂ ਨੂੰ ਉਹਨਾਂ ਦੀ ਬੁਲਾਹਟ ਦੇ ਅਨੁਸਾਰ ਆਪਣੀਆਂ ਖਾਸ ਬਰਕਤਾਂ ਦੇਵੇ ਅਤੇ ਉਹ ਵੀ ਪ੍ਰਭੂ ਦੀ ਸੇਵਾ ਨੂੰ ਚੰਗੀ ਤਰ੍ਹਾਂ ਨਿਭਾ ਸਕਣ। ਇਹ ਪੂਰੀ ਕੁਦਰਤ ਵਾਲੇ ਖੁਦਾ ਬਖਸ਼ ਦੇ ਕਿ ਪ੍ਰਭੂ ਯਿਸੂ ਮਸੀਹ ਦੇ ਜੀ ਉੱਠਣ ਦੇ ਭੇਦਾਂ ਨੂੰ ਮਨਾਉਣ ਦੇ ਰਾਹੀਂ ਅਸੀਂ ਆਪਣੀ ਮੁਕਤੀ ਦੀ ਖੁਸ਼ੀ ਪਾਉਣ ਦੇ ਲਾਇਕ ਬਣ ਜਾਈਏ। ਉਹੀ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪਾਠ ਪਹਿਲਾ। ਚੇਲਿਆਂ ਦੇ ਕਰਤੱਵ, ਉਸ ਦਾ 11 ਬਾਬ 19 ਤੋਂ 26 ਐਤ ਤੱਕ। ਸਤੀਫਨੋਸ 'ਤੇ ਹੋਏ ਅਤਿਆਚਾਰ ਦੇ ਕਾਰਨ ਜਿਹੜੇ ਲੋਕੀ ਖਿੰਡ-ਪੁੰਡ ਗਏ ਸਨ, ਉਹ ਫੈਨੀਕੇ, ਕੁਪਰੋਸ ਅਤੇ ਅੰਤਾਕਿਆ ਤੱਕ ਪਹੁੰਚ ਗਏ। ਪਰ ਉਹ ਯਹੂਦੀਆਂ ਤੋਂ ਛੁੱਟ ਹੋਰ ਕਿਸੇ ਨੂੰ ਵਚਨ ਨਹੀਂ ਸੁਣਾਉਂਦੇ ਸਨ। ਪਰ ਉਹਨਾਂ ਵਿੱਚ ਕੁਪਰੋਸ ਅਤੇ ਕੁਰਾਨੇ ਦੇ ਰਹਿਣ ਵਾਲੇ ਸਨ। ਉਹ ਜਦੋਂ ਅੰਤਾਕਿਆ ਵਿੱਚ ਆਏ ਤਾਂ ਉਹਨਾਂ ਨੇ ਯੂਨਾਨੀਆਂ ਨੂੰ ਵੀ ਪ੍ਰਭੂ ਯਿਸੂ ਮਸੀਹ ਦਾ ਸ਼ੁਭ ਸਮਾਚਾਰ ਸੁਣਾਇਆ। ਪ੍ਰਭੂ ਦਾ ਹੱਥ ਉਹਨਾਂ ਉੱਤੇ ਸੀ, ਇਸ ਲਈ ਬਹੁਤ ਸਾਰੇ ਲੋਕਾਂ ਨੇ ਵਿਸ਼ਵਾਸ ਕੀਤਾ ਅਤੇ ਪ੍ਰਭੂ ਦੀ ਵੱਲ ਮੁੜੇ। ਜਦੋਂ ਇਹਨਾਂ ਬਾਰੇ ਯਰੂਸ਼ਲਮ ਦੀ ਸੰਗਤ ਦੇ ਕੰਨਾਂ ਤੱਕ ਖਬਰ ਪਹੁੰਚੀ ਤਾਂ ਉਹਨਾਂ ਨੇ ਬਰਨਬਾਸ ਨੂੰ ਅੰਤਾਕਿਆ ਘੱਲਿਆ। ਉੱਥੇ ਪਹੁੰਚ ਕੇ ਉਸ ਨੇ ਪਰਮੇਸ਼ਵਰ ਦੀ ਕਿਰਪਾ ਦਾ ਜ਼ੋਰ ਦੇਖਿਆ ਅਤੇ ਆਨੰਦ ਮਨਾਇਆ। ਉਸ ਨੇ ਸਾਰਿਆਂ ਨੂੰ ਉਤਸ਼ਾਹ ਦਿੱਤਾ ਕਿ ਤਨ ਮਨ ਨਾਲ ਪ੍ਰਭੂ ਨਾਲ ਜੁੜੇ ਰਹਿਣ। ਬਰਨਬਾਸ ਇੱਕ ਭਲਾ ਆਦਮੀ ਸੀ। ਉਹ ਪਵਿੱਤਰ ਆਤਮਾ ਨਾਲ ਵਿਸ਼ਵਾਸ ਨਾਲ ਭਰਪੂਰ ਸੀ। ਇਸ ਲਈ ਬਹੁਤ ਸਾਰੇ ਲੋਕੀ ਪ੍ਰਭੂ ਕੋਲ ਆ ਗਏ। ਫਿਰ ਬਰਨਬਾਸ ਸਾਊਲ ਦੀ ਖੋਜ ਵਿੱਚ ਤਰਸ਼ੀਸ਼ ਨੂੰ ਗਿਆ। ਉਹ ਉਸ ਨੂੰ ਮਿਲ ਗਿਆ ਤਾਂ ਉਹ ਉਸ ਨੂੰ ਅੰਤਾਕਿਆ ਲੈ ਗਿਆ। ਉਹ ਦੋਵੇਂ ਉੱਥੇ ਪੂਰੇ 1 ਸਾਲ ਤੱਕ ਵਿਸ਼ਵਾਸ ਸੰਗਤ ਦੇ ਨਾਲ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ। ਅੰਤਾਕਿਆ ਵਿੱਚ ਹੀ ਚੇਲੇ ਪਹਿਲੀ ਵਾਰ ਮਸੀਹ ਅਖਵਾਏ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਵਗਦੀਆਂ ਨਹਿਰਾਂ ਨੂੰ ਰੱਬ ਪਲ ਵਿੱਚ ਜੰਗਲ ਸਾਫ਼ ਬਣਾਉਂਦਾ ਏ। ਪਾਣੀ ਦੇ ਓ ਸੋਤਿਆਂ ਨੂੰ ਵੀ, ਪਾਣੀ ਦੇ ਓ ਸੋਤਿਆਂ ਨੂੰ ਵੀ ਜਦ ਚਾਹੇ ਸੁਖਾਉਂਦਾ ਏ, ਜਦ ਚਾਹੇ ਸੁਖਾਉਂਦਾ ਏ। ਵਗਦੀਆਂ ਨਹਿਰਾਂ ਨੂੰ ਰੱਬ ਪਲ ਵਿੱਚ ਜੰਗਲ ਸਾਫ਼ ਬਣਾਉਂਦਾ ਏ। ਪਾਣੀ ਦੇ ਓ ਸੋਤਿਆਂ ਨੂੰ ਵੀ, ਪਾਣੀ ਦੇ ਓ ਸੋਤਿਆਂ ਨੂੰ ਵੀ ਜਦ ਚਾਹੇ ਸੁਖਾਉਂਦਾ ਏ, ਜਦ ਚਾਹੇ ਸੁਖਾਉਂਦਾ ਏ। ਇੱਕਦਮ ਵਿੱਚ ਬਣਾਉਂਦਾ ਬੰਜਰ ਜੋ ਜ਼ਮੀਨ ਹੋ ਮੇਵੇਦਾਰ। ਇੱਕਦਮ ਵਿੱਚ ਬਣਾਉਂਦਾ ਬੰਜਰ ਜੋ ਜ਼ਮੀਨ ਹੋ ਮੇਵੇਦਾਰ।
ਪਾਪੀ ਰਹਿੰਦੇ, ਕਿਉਂਕਿ ਉਸ ਵਿੱਚ ਪਾਪੀ ਰਹਿੰਦੇ। ਬਦੀਆਂ ਕਰਦੇ ਹਨ ਬਦਕਾਰ, ਬਦੀਆਂ ਕਰਦੇ ਹਨ ਬਦਕਾਰ। ਵਗਦੀਆਂ ਨਹਿਰਾਂ ਨੂੰ ਰੱਬ ਪਲ ਵਿੱਚ ਜੰਗਲ ਸਾਫ਼ ਬਣਾਉਂਦਾ ਏ। ਪਾਣੀ ਦੇ ਸੋਤਿਆਂ ਨੂੰ ਵੀ, ਪਾਣੀ ਦੇ ਸੋਤਿਆਂ ਨੂੰ ਵੀ ਜਦ ਚਾਹੇ ਸੁਖਾਉਂਦਾ ਏ, ਜਦ ਚਾਹੇ ਸੁਖਾਉਂਦਾ ਏ। ਸੁੱਕੇ ਜੰਗਲ ਨੂੰ ਇੱਕ ਪਲ ਵਿੱਚ ਉਹ ਤੇ ਝੀਲ ਬਣਾਉਂਦਾ ਏ। ਸੁੱਕੇ ਜੰਗਲ ਨੂੰ ਇੱਕ ਪਲ ਵਿੱਚ ਉਹ ਤੇ ਝੀਲ ਬਣਾਉਂਦਾ ਏ। ਸੁੱਕੀਆਂ ਥਾਵਾਂ ਵਿੱਚ ਉਹ ਸੋਤੇ, ਸੁੱਕੀਆਂ ਥਾਵਾਂ ਵਿੱਚ ਉਹ ਸੋਤੇ ਪਾਣੀ ਦੇ ਵਗਾਉਂਦਾ ਏ, ਪਾਣੀ ਦੇ ਵਗਾਉਂਦਾ ਏ। ਵਗਦੀਆਂ ਨਹਿਰਾਂ ਨੂੰ ਰੱਬ ਪਲ ਵਿੱਚ ਜੰਗਲ ਸਾਫ਼ ਬਣਾਉਂਦਾ ਏ। ਪਾਣੀ ਦੇ ਸੋਤਿਆਂ ਨੂੰ ਵੀ, ਪਾਣੀ ਦੇ ਸੋਤਿਆਂ ਨੂੰ ਵੀ ਜਦ ਚਾਹੇ ਸੁਖਾਉਂਦਾ ਏ, ਜਦ ਚਾਹੇ ਸੁਖਾਉਂਦਾ ਏ। ਵਚਨ ਖੁਦਾ ਦਾ ਪੈਰਾਂ ਦੇ ਲਈ ਜਲਦਾ ਦੀਪਕ ਹੈ। ਵਚਨ ਖੁਦਾ ਦਾ ਸਭ ਦੀ ਰਾਹ ਨੂੰ ਦੇਂਦਾ ਚਾਨਣ ਹੈ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਚੀਲ ਦਾ ਸੰਤ ਯਹੂਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਯਰੂਸ਼ਲਮ ਵਿੱਚ ਸਮਰਪਣ ਦਾ ਤਿਉਹਾਰ ਸੀ। ਇਸ ਸਿਆਲ ਦੀ ਰੁੱਤ ਸੀ ਅਤੇ ਯਿਸੂ ਹੈਕਲ ਵਿੱਚ ਸੁਲੇਮਾਨ ਦੀ ਦਿਓੜੀ ਵਿੱਚ ਟਹਿਲ ਰਿਹਾ ਸੀ। ਯਹੂਦੀਆਂ ਨੇ ਉਸ ਨੂੰ ਆ ਕੇ ਘੇਰਿਆ ਅਤੇ ਕਿਹਾ, ਤੁਸੀਂ ਕਦੋਂ ਤੱਕ ਸਾਨੂੰ ਲਟਕਾਏ ਰੱਖੋਗੇ? ਜੇਕਰ ਤੁਸੀਂ ਮਸੀਹ ਹੋ ਤਾਂ ਸਾਨੂੰ ਸਾਫ਼-ਸਾਫ਼ ਦੱਸੋ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਦੱਸ ਦਿੱਤਾ ਹੈ ਅਤੇ ਤੁਸੀਂ ਮੰਨਦੇ ਨਹੀਂ ਹੋ। ਕੰਮ ਜੋ ਮੈਂ ਆਪਣੇ ਬਾਪ ਦੇ ਨਾਮ ਉੱਤੇ ਕਰਦਾ ਹਾਂ ਉਹ ਮੇਰੇ ਸਾਖੀ ਹਨ, ਪਰ ਤੁਸੀਂ ਮੰਨਦੇ ਨਹੀਂ ਹੋ ਕਿਉਂਕਿ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ ਅਤੇ ਮੈਂ ਉਹਨਾਂ ਨੂੰ ਜਾਣਦਾ ਹਾਂ। ਉਹ ਮੇਰੇ ਪਿੱਛੇ ਆਉਂਦੀਆਂ ਹਨ ਅਤੇ ਮੈਂ ਉਹਨਾਂ ਨੂੰ ਅਨੰਤ ਜੀਵਨ ਦਿੰਦਾ ਹਾਂ ਅਤੇ ਉਹ ਕਦੀ ਨਾਸ਼ ਨਹੀਂ ਹੋਣਗੀਆਂ ਅਤੇ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋਹ ਨਹੀਂ ਲਵੇਗਾ। ਮੇਰਾ ਬਾਪ ਜਿਸ ਨੇ ਉਹ ਮੈਨੂੰ ਦਿੱਤੀਆਂ ਹਨ ਸਭ ਤੋਂ ਮਹਾਨ ਹੈ ਅਤੇ ਕੋਈ ਵੀ ਉਹਨਾਂ ਨੂੰ ਮੇਰੇ ਬਾਪ ਦੇ ਹੱਥੋਂ ਖੋਹ ਨਹੀਂ ਸਕਦਾ। ਬਾਪ ਅਤੇ ਮੈਂ ਇੱਕ ਹਾਂ। ਇਹ ਪ੍ਰਭੂ ਦੀ ਪਵਿੱਤਰ ਅੰਚੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਅੱਜ ਫਿਰ ਸਾਨੂੰ ਆਪਣੇ ਪਿਤਾ ਦੇ ਨਾਲ ਆਪਣੀ ਏਕਤਾ ਹੋਣ ਦੇ ਬਾਰੇ ਦੱਸਦੇ ਹਨ ਕਿ ਮੈਂ ਅਤੇ ਬਾਪ ਇੱਕ ਹਾਂ। ਮੈਂ ਖੁਦਾ ਬਾਪ ਦੇ ਵਿੱਚ ਹਾਂ ਅਤੇ ਖੁਦਾ ਬਾਪ ਮੇਰੇ ਵਿੱਚ ਹੈ। ਅਸੀਂ ਦੋਵੇਂ ਇੱਕ ਹਾਂ। ਇੱਥੇ ਅਸੀਂ ਪ੍ਰਭੂ ਯਿਸੂ ਮਸੀਹ ਦੇ
ਦੇਖਦੇ ਹਾਂ ਵਿਸ਼ਵਾਸ ਨੂੰ ਕਿ ਖੁਦਾ ਨੇ ਜੋ ਭੇਡਾਂ ਮੈਨੂੰ ਦਿੱਤੀਆਂ ਹਨ ਮੈਂ ਉਹਨਾਂ ਨੂੰ ਕਦੀ ਨਹੀਂ ਨਾਸ਼ ਹੋਣ ਦੇਵਾਂਗਾ ਅਤੇ ਕੋਈ ਵੀ ਮੇਰੇ ਕੋਲ ਉਹਨਾਂ ਭੇਡਾਂ ਨੂੰ ਖੋ ਨਹੀਂ ਸਕਦਾ। ਮੇਰਾ ਬਾਪ ਮਹਾਨ ਹੈ ਅਤੇ ਮੇਰੇ ਬਾਪ ਕੋਲੋਂ ਵੀ ਕੋਈ ਵੀ ਭੇਡਾਂ ਨੂੰ ਖੋ ਨਹੀਂ ਸਕਦਾ। ਇਹਨੂੰ ਅਸੀਂ ਕਹਿ ਸਕਦੇ ਹਾਂ ਸੱਚਾ ਸੰਪੂਰਨ ਭਰੋਸਾ। ਇਹ ਪ੍ਰਭੂ ਯਿਸੂ ਮਸੀਹ ਦਾ ਆਪਣੇ ਆਪ ਉੱਤੇ ਭਰੋਸਾ ਹੈ ਅਤੇ ਖੁਦਾ ਬਾਪ ਦੇ ਵਿੱਚ ਭਰੋਸਾ ਹੈ। ਉਹੀ ਭਰੋਸਾ ਉਹ ਸਾਨੂੰ ਦਿੰਦਾ ਹੈ, ਤੁਸੀਂ ਮੇਰੀਆਂ ਭੇਡਾਂ ਹੋ ਅਤੇ ਜੋ ਮੇਰੀਆਂ ਭੇਡਾਂ ਹਨ ਉਹ ਮੇਰੀ ਆਵਾਜ਼ ਨੂੰ ਸੁਣਦੀਆਂ ਹਨ ਅਤੇ ਮੈਂ ਉਹਨਾਂ ਨੂੰ ਅਨੰਤ ਜੀਵਨ ਦੇਵਾਂਗਾ। ਪ੍ਰਭੂ ਯਿਸੂ ਮਸੀਹ ਨੇ ਸਾਡੇ ਉੱਤੇ ਸੱਚਾਈ ਨੂੰ ਜ਼ਾਹਿਰ ਕੀਤਾ ਹੈ ਕਿ ਪ੍ਰਭੂ ਯਿਸੂ ਮਸੀਹ ਸਾਨੂੰ ਬਚਾਉਣ ਲਈ ਆਇਆ, ਨਾਸ਼ ਹੋਣ ਦੇ ਲਈ ਨਹੀਂ ਛੱਡੇਗਾ। ਖੁਦਾ ਬਾਪ ਵੀ ਚਾਹੁੰਦਾ ਹੈ ਕਿ ਸਾਡੇ ਵਿੱਚੋਂ ਹਰ ਇੱਕ ਇਨਸਾਨ ਬਚਾਇਆ ਜਾਵੇ ਅਤੇ ਜੋ ਪ੍ਰਭੂ ਯਿਸੂ ਮਸੀਹ ਨਾਲ ਲੋਕ ਜੁੜ ਗਏ ਹਨ, ਜੋ ਖੁਦਾ ਬਾਪ ਨਾਲ ਜੁੜੇ ਹੋਏ ਹਨ, ਉਹ ਕਦੀ ਨਾਸ਼ ਨਹੀਂ ਹੋਣਗੇ ਕਿਉਂਕਿ ਪ੍ਰਭੂ ਯਿਸੂ ਮਸੀਹ ਕਦੀ ਵੀ ਉਹਨਾਂ ਨੂੰ ਨਾਸ਼ ਨਹੀਂ ਹੋਣ ਦੇਗਾ ਅਤੇ ਨਾ ਹੀ ਪ੍ਰਭੂ ਯਿਸੂ ਮਸੀਹ ਕੋਲੋਂ ਕੋਈ ਵੀ ਉਹਨਾਂ ਨੂੰ ਖੋ ਸਕਦਾ। ਇਹੀ ਗੱਲ ਖੁਦਾ ਬਾਪ ਬਾਰੇ ਦੱਸੀ ਗਈ। ਇਸ ਤੋਂ ਇਹ ਸਮਝ ਸਕਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਸਭ ਤੋਂ ਮਹਾਨ ਹੈ। ਇਸੇ ਤਰ੍ਹਾਂ ਅਸੀਂ ਬਾਪ ਬਾਰੇ ਕਹਿ ਸਕਦੇ ਹਾਂ ਖੁਦਾ ਬਾਪ ਸਭ ਤੋਂ ਮਹਾਨ ਹੈ। ਕਮਜ਼ੋਰ ਆਦਮੀ ਕੋਲੋਂ ਚੀਜ਼ਾਂ ਖੋਈਆਂ ਜਾਂਦੀਆਂ ਹਨ, ਉਹਨੂੰ ਨਿੰਦਿਆ ਜਾਂਦਾ ਹੈ, ਡਰਾਇਆ ਜਾਂਦਾ ਹੈ, ਧਮਕਾਇਆ ਜਾਂਦਾ ਹੈ, ਪਰ ਸ਼ਕਤੀਸ਼ਾਲੀ ਇਨਸਾਨ ਨੂੰ ਕੋਈ ਨਹੀਂ ਛੇੜਦਾ। ਪਰ ਪ੍ਰਭੂ ਯਿਸੂ ਮਸੀਹ ਸਿਰਫ ਦੁਨਿਆਵੀ ਤੌਰ 'ਤੇ ਆਪਣੀ ਮਹਾਨਤਾ ਬਾਰੇ ਨਹੀਂ ਦੱਸਦੇ, ਪਰ ਉਹ ਸਰਵ ਵਿਆਪੀ ਹਨ, ਅਨੰਤ ਜੀਵਨ ਦੇ ਲਈ ਮਹਾਨ ਹਨ। ਇਸ ਲਈ ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਦਾ ਪਲੜਾ ਫੜਿਆ ਹੈ, ਅਸੀਂ ਪ੍ਰਭੂ ਯਿਸੂ ਮਸੀਹ ਦੀ ਪੈਰਵੀ ਕਰ ਰਹੇ ਹਾਂ। ਇਸ ਲਈ ਸਾਨੂੰ ਕਦੀ ਡਰਨ ਦੀ ਜ਼ਰੂਰਤ ਨਹੀਂ। ਸਾਨੂੰ ਆਪਣੇ ਆਪ ਦੇ ਨਾਸ਼ ਹੋ ਜਾਣ ਦੀ ਵੀ ਡਰ ਨਹੀਂ ਹੋਣਾ ਚਾਹੀਦਾ ਕਿਉਂਕਿ ਪ੍ਰਭੂ ਯਿਸੂ ਮਸੀਹ ਦੀ ਅਸੀਂ ਪੈਰਵੀ ਕਰ ਰਹੇ ਹਾਂ ਅਤੇ ਜੋ ਲੋਕ ਪ੍ਰਭੂ ਯਿਸੂ ਮਸੀਹ ਦੀ ਪੈਰਵੀ ਕਰਦੇ ਹਨ ਉਹਨਾਂ ਨੂੰ ਕੁਛ ਨਹੀਂ ਹੁੰਦਾ। ਪਹਿਲੇ ਪਾਠ ਵਿੱਚ ਤੁਸੀਂ ਸੁਣਿਆ ਅਤਿਆਚਾਰ ਸ਼ੁਰੂ ਹੋ ਗਿਆ, ਚੇਲੇ ਲੋਕ ਡਰ ਕੇ ਪਿੱਛੇ ਨਹੀਂ ਹਟੇ, ਸਗੋਂ ਵੱਖਰੀਆਂ ਵੱਖਰੀਆਂ ਜਗ੍ਹਾ 'ਤੇ ਜਾ ਕੇ ਕੰਮ ਕਰਨ ਲੱਗੇ, ਖੁਦਾ ਦਾ ਪ੍ਰਚਾਰ ਕਰਨ ਲੱਗੇ ਅਤੇ ਉਹਨਾਂ ਨੇ ਮਹਾਨ ਕੰਮ ਹੁੰਦੇ ਵੇਖੇ ਕਿਉਂਕਿ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਨਾਲ ਸੀ ਅਤੇ ਹਰ ਜਗ੍ਹਾ ਉਹਨਾਂ ਦੀ ਜਿੱਤ ਹੁੰਦੀ ਸੀ। ਮੁਸ਼ਕਲਾਂ ਆਉਂਦੀਆਂ ਸੀ, ਉਹਨਾਂ ਨੂੰ ਕਈ ਜਗ੍ਹਾ 'ਤੇ ਮਾਰ ਕੁੱਟਿਆ ਵੀ ਜਾਂਦਾ ਸੀ, ਬੇਇੱਜ਼ਤੀ ਵੀ ਸਹਿਣੀ ਪੈਂਦੀ ਸੀ, ਪਰ ਆਖਰ ਵਿੱਚ ਬਹੁਤ ਸਾਰੇ ਲੋਕ ਪ੍ਰਭੂ ਦੇ ਵਚਨ ਨੂੰ ਸੁਣ ਕੇ ਬਪਤਿਸਮਾ ਲੈਂਦੇ ਸਨ ਅਤੇ ਅਨੰਤ ਜੀਵਨ ਹਾਸਲ ਕਰਦੇ ਸਨ। ਇਸ ਲਈ ਸਾਨੂੰ ਪ੍ਰਭੂ ਯਿਸੂ ਮਸੀਹ ਨੂੰ ਸਭ ਕੁਝ ਮੰਨਣਾ ਚਾਹੀਦਾ ਹੈ। ਅੱਜ ਜਦੋਂ ਸਮਰਪਣ ਦਾ ਤਿਉਹਾਰ ਯਹੂਦੀਆਂ ਦਾ ਤਿਉਹਾਰ ਸੀ, ਜੋ ਕਿ ਜਿਨ੍ਹਾਂ ਨੂੰ ਰੋਸ਼ਨੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਅਤੇ ਪ੍ਰਭੂ ਯਿਸੂ ਮਸੀਹ ਕਈ ਜਗ੍ਹਾ 'ਤੇ ਸਾਨੂੰ ਦੱਸਦੇ ਹਨ ਮੈਂ ਸੰਸਾਰ ਦੀ ਜੋਤ ਹਾਂ। ਸਾਨੂੰ ਅੱਜ ਇਹ ਚੀਜ਼ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਪ੍ਰਭੂ ਯਿਸੂ ਮਸੀਹ ਸੰਸਾਰ ਦੀ ਜੋਤ ਹੈ ਤਾਂ ਅਸੀਂ ਜਦੋਂ ਉਹਦੀ ਪੈਰਵੀ ਕਰਦੇ ਹਾਂ ਅਸੀਂ ਹਨੇਰੇ ਤੋਂ ਦੂਰ ਹੋ ਜਾਂਦੇ ਹਾਂ, ਅਸੀਂ ਝੂਠ ਤੋਂ, ਹਨੇਰੇ ਤੋਂ, ਡਰ ਤੋਂ, ਕਿਉਂਕਿ ਹਨੇਰਾ ਡਰ ਦਾ ਵੀ ਪ੍ਰਤੀਕ ਹੈ, ਹਨੇਰਾ ਝੂਠ ਦਾ ਵੀ ਪ੍ਰਤੀਕ ਹੈ ਕਿਉਂਕਿ ਸੱਚਾਈ ਤੋਂ ਅਸੀਂ ਦੂਰ ਰਹਿੰਦੇ ਹਾਂ। ਪਰ ਪ੍ਰਭੂ ਯਿਸੂ ਮਸੀਹ ਜੋ ਸੰਸਾਰ ਦਾ ਚਾਨਣ ਹੈ, ਜੋ ਸੰਸਾਰ ਨੂੰ ਰੋਸ਼ਨ ਕਰਦਾ ਹੈ, ਜਦੋਂ ਅਸੀਂ ਉਹਦੇ ਵਿੱਚ ਹੋ ਜਾਂਦੇ ਹਾਂ ਅਤੇ ਹਰ ਤਰ੍ਹਾਂ ਦਾ ਡਰ, ਹਰ ਤਰ੍ਹਾਂ ਦਾ ਹਨੇਰਾ, ਹਰ ਤਰ੍ਹਾਂ ਦਾ ਝੂਠ ਸਾਡੇ ਤੋਂ ਦੂਰ ਹੁੰਦਾ ਹੈ। ਅਸੀਂ ਸੱਚਾਈ ਨੂੰ, ਚਾਨਣ ਨੂੰ ਅਤੇ ਜੀਵਨ ਨੂੰ ਪਿਆਰ ਕਰਨ ਲੱਗ ਜਾਂਦੇ ਹਾਂ। ਜੇ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਮਨ ਵਿੱਚ ਰੱਖੀਏ ਕਿ ਮੇਰਾ ਪ੍ਰਭੂ ਮਹਾਨ ਹੈ ਤਾਂ ਮੈਂ ਉਹਦੇ ਅੱਗੇ ਅਰਦਾਸ ਕਰ ਰਿਹਾ ਹਾਂ, ਉਹਦੇ ਅੱਗੇ ਪ੍ਰਾਰਥਨਾ ਕਰ ਰਿਹਾ ਹਾਂ, ਤਾਂ ਮੇਰੀ ਪ੍ਰਾਰਥਨਾ ਜ਼ਰੂਰ ਸੁਣੀ ਜਾਏਗੀ। ਪਰ ਮੈਂ ਪ੍ਰਾਰਥਨਾ ਕਿੱਦਾਂ ਕਰਦਾ? ਕੀ ਮੈਂ ਪ੍ਰਾਰਥਨਾ ਜਲਦੀ ਜਲਦੀ ਕਰਦਾ? ਕੀ ਮੈਂ ਪ੍ਰਾਰਥਨਾ ਇੱਕ ਡਿਊਟੀ ਸਮਝ ਕੇ ਕਰਦਾ? ਕੀ ਮੈਂ ਪ੍ਰਾਰਥਨਾ ਸਿਰਫ ਦਿਖਾਵੇ ਲਈ ਕਰਦਾ? ਜੇ ਸੱਚਮੁੱਚ ਮੈਂ ਵਿਸ਼ਵਾਸ ਨਾਲ ਪ੍ਰਾਰਥਨਾ ਕਰਦਾ ਹਾਂ ਤਾਂ ਮੇਰੀ ਪ੍ਰਾਰਥਨਾ ਸੁਣੀ ਜਾਂਦੀ ਹੈ ਅਤੇ ਸਹੀ ਵੀ ਹੈ ਕਿ ਬਹੁਤ ਸਾਰੇ ਲੋਕ ਕਈ ਵਾਰੀ ਸਾਡੀਆਂ ਪ੍ਰਾਰਥਨਾਵਾਂ ਤੋਂ ਚੰਗਿਆਈ ਪ੍ਰਾਪਤ ਕਰਦੇ ਹਨ ਕਿਉਂਕਿ ਤੁਸੀਂ ਦਿਲੋਂ ਪ੍ਰਾਰਥਨਾ ਕਰਦੇ ਹੋ।
ਆਓ ਅਸੀਂ ਆਪਣੇ ਭੈਣ ਭਰਾਵਾਂ ਲਈ, ਜਿਨ੍ਹਾਂ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ, ਆਪਣੇ ਰਿਸ਼ਤੇਦਾਰਾਂ ਲਈ ਜਾਂ ਗਰੀਬਾਂ ਲਈ ਜਾਂ ਲੋੜਵੰਦਾਂ ਲਈ, ਹੁਣ ਖਾਸ ਕਰਕੇ ਜਦੋਂ ਅਸੀਂ ਕਰੋਨਾ ਵਾਇਰਸ ਦੇ ਪੀੜਤਾਂ ਲਈ ਪ੍ਰਾਰਥਨਾ ਕਰਦੇ ਹਾਂ, ਅਸੀਂ ਇਹ ਜਿਹੜਾ ਵਿਸ਼ਵਾਸ ਅੱਜ ਪ੍ਰਭੂ ਯਿਸੂ ਮਸੀਹ ਸਾਨੂੰ ਦਿੰਦਾ ਹੈ, ਇਸ ਵਿਸ਼ਵਾਸ ਨੂੰ ਅੱਗੇ ਰੱਖ ਕੇ ਦੁਆ ਕਰਨ ਦੀ ਕੋਸ਼ਿਸ਼ ਕਰੀਏ ਕਿ ਮੇਰੇ ਕੋਲੋਂ ਤੁਹਾਨੂੰ ਕੋਈ ਨਹੀਂ ਖੋ ਸਕਦਾ, ਮੈਂ ਸ਼ਕਤੀਸ਼ਾਲੀ ਹਾਂ। ਮੇਰੇ ਬਾਪ ਕੋਲੋਂ ਕੋਈ ਨਹੀਂ ਖੋ ਸਕਦਾ, ਕਿਉਂਕਿ ਉਹ ਸਭ ਤੋਂ ਮਹਾਨ ਹੈ। ਤੇ ਇਸ ਲਈ ਇਹ ਵਿਸ਼ਵਾਸ ਕਿ ਮੇਰਾ ਪ੍ਰਭੂ ਸ਼ਕਤੀਸ਼ਾਲੀ ਹੈ, ਮੇਰੇ ਪ੍ਰਭੂ ਕੋਲ ਹਰ ਮੁਸ਼ਕਿਲ ਦਾ ਹੱਲ ਹੈ, ਹਰ ਤਰ੍ਹਾਂ ਦੀ ਚੰਗਿਆਈ ਦਾ ਹੱਲ ਹੈ, ਤਾਂ ਫਿਰ ਮੇਰੇ ਪ੍ਰਭੂ ਨੂੰ ਮੈਨੂੰ ਦੱਸਣ ਦੀ ਜ਼ਰੂਰਤ ਹੈ, ਵਿਸ਼ਵਾਸ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਹੈ। ਜਿਸ ਇਨਸਾਨ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ, ਉਸ ਇਨਸਾਨ 'ਤੇ ਉਸ ਦਾ ਜ਼ਰੂਰ ਅਸਰ ਹੋਵੇਗਾ। ਤਾਂ ਆਓ ਅਸੀਂ ਅੱਜ ਦੀ ਇਸ ਪੱਕ ਮਾਸ ਦੀ ਕੁਰਬਾਨੀ ਵਿੱਚ, ਜਦ ਪ੍ਰਭੂ ਯਿਸੂ ਮਸੀਹ ਆਪ ਸਾਨੂੰ ਆਪਣਾ ਬਦਨ ਅਤੇ ਲਹੂ ਖਾਣ ਪੀਣ ਲਈ ਦਿੰਦਾ ਹੈ, ਜੋ ਸਾਡੇ ਲਈ ਅਨੰਤ ਜੀਵਨ ਦਾ ਪ੍ਰਤੀਕ ਹੈ, ਜੋ ਸਾਨੂੰ ਅਨੰਤ ਜੀਵਨ ਦੇ ਰਾਹ ਉੱਤੇ ਲੈ ਕੇ ਜਾਂਦਾ ਹੈ, ਉਸ ਭੋਜਨ ਨੂੰ ਖਾਂਦੇ ਅਤੇ ਪੀਂਦੇ ਹੋਏ ਅਸੀਂ ਆਪਣੇ ਆਪ ਨੂੰ ਆਪਣੇ ਵਿਸ਼ਵਾਸ ਵਿੱਚ ਮਜ਼ਬੂਤ ਹੋਣ ਦੀ ਕੋਸ਼ਿਸ਼ ਕਰੀਏ ਅਤੇ ਪ੍ਰਭੂ ਦੇ ਇਹਨਾਂ ਵਚਨਾਂ ਨੂੰ ਆਪਣੇ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਕਿ ਮੈਂ ਪ੍ਰਭੂ ਦਾ ਪੈਰੋਕਾਰ ਹਾਂ, ਮੈਂ ਪ੍ਰਭੂ ਨੂੰ ਮੰਨਣ ਵਾਲਾ ਹਾਂ, ਮੈਨੂੰ ਕੁਛ ਨਹੀਂ ਹੋ ਸਕਦਾ। ਇਸ ਮਹਾਂਮਾਰੀ ਦੇ ਸਮੇਂ ਅਸੀਂ ਇਹ ਦੁਆ ਕਰਨ ਦੀ ਕੋਸ਼ਿਸ਼ ਕਰੀਏ ਕਿ ਮੈਨੂੰ ਕੋਈ ਵੀ ਮਹਾਂਮਾਰੀ ਨਹੀਂ ਨੁਕਸਾਨ ਦੇ ਸਕਦੀ। ਇਸ ਵਿਸ਼ਵਾਸ ਨੂੰ ਲੈਂਦੇ ਹੋਏ ਕਿ ਪ੍ਰਭੂ ਯਿਸੂ ਮਸੀਹ ਸਾਡਾ ਰਖਵਾਲਾ ਹੈ, ਸਾਡੀ ਹਰ ਤਰ੍ਹਾਂ ਦਾ ਖਿਆਲ ਕਰਦਾ ਹੈ, ਸਾਨੂੰ ਉਹ ਨਾਸ਼ ਨਹੀਂ ਹੋਣ ਦੇਗਾ, ਸਾਨੂੰ ਬਚਾਉਣ ਲਈ ਆਪਣੀ ਜਾਨ ਦੇਣ ਲਈ ਤਿਆਰ ਰਹਿੰਦਾ ਹੈ, ਇਸ ਵਿਸ਼ਵਾਸ ਦੇ ਵਿੱਚ ਆਓ ਅਸੀਂ ਅੱਜ ਦੇ ਦਿਨ ਨੂੰ ਸ਼ੁਰੂ ਕਰੀਏ ਅਤੇ ਇਸ ਵਿਸ਼ਵਾਸ ਅਤੇ ਇਸ ਖੁਸ਼ੀ ਦੇ ਵਿੱਚ ਕਿ ਮੇਰਾ ਪ੍ਰਭੂ ਮਹਾਨ ਹੈ, ਮੇਰੇ ਨਾਲ ਹੈ, ਮੈਨੂੰ ਕਿਸੇ ਚੀਜ਼ ਦੀ ਕੋਈ ਥੁੜ ਨਹੀਂ ਹੋਵੇਗੀ, ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਵੇਗੀ, ਇਸ ਦਿਨ ਨੂੰ ਇਸ ਵਿਸ਼ਵਾਸ ਵਿੱਚ ਬਿਤਾਉਣ ਦੀ ਕੋਸ਼ਿਸ਼ ਕਰੀਏ। ਆਮੀਨ। नई उमंग नई आशा मन में लेकर आया हूँ, जो कुछ मैं हूँ मेरे प्रभु जी अर्पण करने आया हूँ। नई उमंग नई आशा मन में लेकर आया हूँ, जो कुछ मैं हूँ मेरे प्रभु जी अर्पण करने आया हूँ। उलझने संघर्ष का जीवन है तेरे सामने, उलझने संघर्ष का जीवन है तेरे सामने, भावों को संभावों को तुझे चढ़ाने आया हूँ, तुझे चढ़ाने आया हूँ। ਪ੍ਰੋਤ ਭੈਣੋ, ਪ੍ਰਾਰਥਨਾ ਕਰੋ ਕਿ ਪੂਰੀ ਕੁਦਰਤ ਵਾਲਾ ਖੁਦਾ ਸਾਡਾ ਬਾਪ ਤੁਹਾਡੀ ਅਤੇ ਮੇਰੀ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਹੈ ਪ੍ਰਭੂ, ਬਖਸ਼ ਦੇ ਕਿ ਅਸੀਂ ਹਮੇਸ਼ਾ ਇਹਨਾਂ ਪਾਸਕਾ ਭੇਦਾਂ ਵਿੱਚ ਖੁਸ਼ੀ ਮਹਿਸੂਸ ਕਰੀਏ, ਤਾਂ ਜੋ ਇਹਨਾਂ ਰਾਹੀਂ ਸਾਡੇ ਵਿੱਚ ਲਗਾਤਾਰ ਕੀਤਾ ਜਾਣ ਵਾਲਾ ਨਵੀਨੀਕਰਨ ਸਾਡੇ ਲਈ ਸਿੱਧੀ ਵੀ ਆਨੰਦ ਦੀ ਵਜ੍ਹਾ ਬਣ ਜਾਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਹੈ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ
ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਪਾਸਕਾ ਦੇ ਸਮੇਂ ਅਸੀਂ ਹਮੇਸ਼ਾ ਨਾਲੋਂ ਵਧੇਰੇ ਖੁਸ਼ੀ ਨਾਲ ਤੇਰੀ ਵਡਿਆਈ ਕਰਦੇ ਹਾਂ। ਜਦੋਂ ਮਸੀਹ ਸਾਡੇ ਲਈ ਪਾਸਕਾ ਕੁਰਬਾਨ ਹੋਇਆ, ਉਹ ਹੁਣ ਵੀ ਸਾਡਾ ਪੁਰੋਹਿਤ ਹੈ, ਜੋ ਖੁਦਾ ਬਾਪ ਅੱਗੇ ਹਮੇਸ਼ਾ ਸਾਡੇ ਲਈ ਵਕਾਲਤ ਕਰਦਾ ਹੈ। ਮਸੀਹ ਉਹ ਬਲੀ ਦਾ ਲੀਲਾ ਹੈ ਜੋ ਹੁਣ ਕਦੀ ਨਹੀਂ ਮਰੇਗਾ। ਉਹ ਕੁਰਬਾਨ ਕੀਤਾ ਗਿਆ ਸੀ ਪਰ ਹੁਣ ਹਮੇਸ਼ਾ ਲਈ ਜਿੰਦਾ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ। हे प्रभु, तू सचमुच पवित्र है ਅਤੇ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ। ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਅਤੇ ਰੂਹ ਪਾਕ ਦੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲਹਿੰਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਨਾਮ ਦੇ ਲਈ ਚੜਾਈ ਜਾਵੇ। ਇਸ ਲਈ ਪ੍ਰਭੂ, ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਆਪਣੀ ਮਿਹਰ ਨਾਲ ਉਹੀ ਰੂਹ ਪਾਕ ਦੇ ਰਾਹੀਂ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ, ਤਾਂ ਜੋ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ, ਜਿਸ ਦੇ ਹੁਕਮ ਨਾਲ ਅਸੀਂ ਇਹਨਾਂ ਭੇਦਾਂ ਨੂੰ ਮਨਾਉਂਦੇ ਹਾਂ। ਜਿਸ ਰਾਤ ਉਸ ਦਾ ਵਿਸ਼ਵਾਸਘਾਤ ਕੀਤਾ ਗਿਆ, ਉਸ ਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਜਦੋਂ ਅਸੀਂ ਇਹ ਰੋਟੀ ਖਾਂਦੇ ਹਾਂ ਅਤੇ ਇਸ ਪਿਆਲੇ ਵਿੱਚੋਂ ਪੀਂਦੇ ਹਾਂ, ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਗਾ। ਇਸ ਲਈ ਐ ਪ੍ਰਭੂ, ਅਸੀਂ ਤੇਰੇ ਬੇਟੇ ਦੇ ਮੁਕਤੀਕਾਰੀ ਦੁੱਖ ਭੋਗ, ਉਸ ਦੇ ਜਲਾਲੀ ਜੀ ਉੱਠਣ ਅਤੇ ਸਵਰਗ ਵਿੱਚ ਚੜ੍ਹ ਜਾਣ ਦੀ ਯਾਦਗਾਰੀ ਮਨਾਉਂਦੇ ਹੋਏ, ਉਸ ਦੇ ਦੂਜੀ ਵਾਰੀ ਆਉਣ ਨੂੰ ਉਡੀਕਦੇ ਹੋਏ, ਤੇਰਾ ਧੰਨਵਾਦ ਕਰਦੇ ਹਾਂ, ਜਿਉਂਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਦੇ ਚੜਾਵੇ 'ਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਣ, ਜਿਸ ਦੀ ਕੁਰਬਾਨੀ ਤੋਂ ਰਾਜੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਵਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਨਾਲ ਰਚਾਏ ਹੋਏ ਅਤੇ ਉਸ ਦੇ ਰੂਹ ਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਇੱਕ ਸਦੀਵੀ ਨਜ਼ਰਾਨਾ ਬਣਾਵੇ, ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆਂ ਦੇ ਨਾਲ, ਖਾਸ ਕਰਕੇ ਧੰਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਤੇਰੇ ਧੰਨ ਰਸੂਲਾਂ ਨਾਲ, ਤੇਜਸਵੀ ਸ਼ਹੀਦਾਂ ਨਾਲ ਅਤੇ ਤੇਰੇ ਸਾਰੇ ਸੰਤਾਂ ਨਾਲ ਉਹਨਾਂ ਦੇ ਵਿਰਸੇ ਦੇ ਵਾਰਸ ਬਣ ਜਾਈਏ। ਇਹਨਾਂ ਵੱਲੋਂ ਤੇਰੀ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ।
ਐ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਮੁੜ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਤੇ ਮੁਕਤੀ ਦੇ ਲਈ ਅਸਰਦਾਇਕ ਹੋਵੇ। ਤੂੰ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਹੋਈ ਆਪਣੀ ਯਾਤਰੀ ਕਲੀਸਿਆ ਨੂੰ, ਆਪਣੇ ਸੇਵਕ ਸੰਤ ਪਾਪਾ ਫਰਾਂਸਿਸ ਨੂੰ, ਸਾਡੇ ਬਿਸ਼ਪ ਅਗਨੇਲੋ ਅਤੇ ਫਰੈਂਕੋ ਨੂੰ, ਕੁੱਲ ਦੁਨੀਆ ਦੇ ਬਿਸ਼ਪਾਂ, ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ ਹੈ, ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਇਹ ਦਿਆਲੂ ਬਾਪ ਸੰਸਾਰ ਭਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਮੋਏ ਹੋਏ ਭੈਣ ਭਰਾਵਾਂ ਨੂੰ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦਿਆਂ ਇਸ ਸੰਸਾਰ ਵਿੱਚੋਂ ਚਲਾਣਾ ਕਰ ਗਏ ਹਨ, ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉੱਥੇ ਅਸੀਂ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਜਿਸ ਦੇ ਰਾਹੀਂ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ, ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਕਿਹਾ ਹੈ ਕਿ ਅਸੀਂ ਖੁਦਾ ਨੂੰ ਬਾਪ ਕਹਿ ਕੇ ਪੁਕਾਰੀਏ। ਇਸ ਲਈ ਆਓ ਸਾਰੇ ਰਲ ਕੇ ਆਖੀਏ, ਐ ਸਾਡੇ ਬਾਪ ਜਿਹੜਾ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਆਮੀਨ। ਹੈ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ, ਜਲਾਲ ਯੁਗ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਨਿਸ਼ਾਨ ਦੇਈਏ। ਐ ਲੈ ਖੁਦਾ ਦੀ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੈ ਖੁਦਾ ਦੇ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੈ ਖੁਦਾ ਦੇ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਉਹ ਹਨ ਜੋ ਇਸ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। ਹੈ ਪ੍ਰਭੂ, ਮੈਂ ਇਸ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਪਾਕ ਸ਼ਕਤ ਲੈਣ ਤੋਂ ਪਹਿਲਾਂ ਦੁਆ। ਐ ਮੁਬਾਰਕ ਮਰੀਅਮ, ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ। ਸਾਡੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐ ਸੰਤ ਯੂਸਫ, ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ, ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। ਆਮੀਨ। ऐसी रोटी दे मुझको, ऐसा पानी दे मुझको, ऐसी रोटी दे मुझको, ऐसा पानी दे मुझको, खाकर मैं भूखा न रहूं, खाकर मैं भूखा न रहूं, प्यार कर मैं प्यासा न रहूं, मेरे यीशु
यीशु यीशु मसीह रोटी मेरी, यीशु मसीह पानी मेरा, यीशु मसीह रोटी मेरी, यीशु मसीह पानी मेरा। खाकर मैं भूखा न रहूं, खाकर मैं भूखा न रहूं, पीकर मैं प्यासा न रहूं, मेरे यीशु यीशु मेरे यीशु यीशु मेरे यीशु यीशु मेरे यीशु यीशु। तेरा वचन रोटी मेरी, तेरा वचन पानी मेरा, तेरा वचन रोटी मेरी, तेरा वचन पानी मेरा। खाकर मैं भूखा न रहूं, खाकर मैं भूखा न रहूं, पीकर मैं प्यासा न रहूं, मेरे यीशु यीशु 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 मेरे यीशु यीशु। पाक शगत लैन तो पिछो दुआ सिजदे दा अमल। ऐ इलाही यीशु ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ, ਮੈਂ ਸਾਰਿਆਂ ਫਰਿਸ਼ਤਿਆਂ ਅਤੇ ਪਾਕ ਲੋਕਾਂ ਨਾਲ ਤੈਨੂੰ ਸਿਜਦਾ ਕਰਦੀ ਹਾਂ। ਤੂੰ ਮੇਰਾ ਖਾਲਿਕ ਅਤੇ ਮਾਲਿਕ ਹੈ। ਤੇਰੀ ਬਜ਼ੁਰਗੀ, ਵਡਿਆਈ ਅਤੇ ਬੰਦਗੀ ਸਦਾ ਤੀਕਰ ਅਤੇ ਸਾਰੀ ਜ਼ਮੀਨ ਦੇ ਕੰਢਿਆਂ ਤੀਕਰ ਕੀਤੀ ਜਾਵੇ। ਐ ਮਿਹਰਬਾਨ ਯੀਸ਼ੂ, ਮੈਂ ਤੇਰੀਆਂ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ। ਮੈਂ ਕੱਖ ਅਤੇ ਮਿੱਟੀ किस तरह तेरा शुक्र करा। मैं तेरे रहमतां दे गीत सदा गावांगी। मैं अपने बदन अते रूह, ख्यालां ते दलीलां, गल्लां ते कम्मां, खुशियां ते दुखां नाले जिंदगी अते मौत नूं तेरी नज़र करदी हाँ। मेरे बदन नूं लै लै ਇਹਦੇ ਵਿੱਚ ਵਸ ਅਤੇ ਨੂੰ ਸਭ ਗੁਨਾਹੀ ਸ਼ਹਿਵਤ ਤੋਂ ਸਾਫ਼ ਰੱਖ। ਮੇਰੀ ਮਰਜ਼ੀ ਨੂੰ ਲੈ ਲੈ ਅਤੇ ਨੂੰ ਆਪਣੀ ਮਰਜ਼ੀ ਉੱਤੇ ਚਲਾ। ਮੇਰੀ ਯਾਦ ਨੂੰ ਲੈ ਲੈ ਅਤੇ ਦੇ ਵਿੱਚ ਰਿਹਾ ਕਰ, ਤਾਂ ਜੋ ਮੈਂ ਤੈਨੂੰ ਕਦੀ ਨਾ ਭੁੱਲਾਂ। ਮੇਰੀ ਅਕਲ ਨੂੰ ਲੈ ਲੈ, ਇਹਨੂੰ ਵਧਾ, ਤਾਂ ਜੋ ਮੈਂ ਤੈਨੂੰ ਵਧੀਕ ਜਾਣਾ ਅਤੇ ਪਿਆਰ ਕਰਾਂ। ਮੈਨੂੰ ਸਾਰੇ ਨੂੰ ਲੈ ਲੈ, ਤਾਂ ਜੋ ਮੈਂ ਸਭ ਕੁਝ ਤੇਰੇ ਹੀ ਪਿਆਰ ਵਾਸਤੇ ਕਰਿਆ ਕਰਾਂਗੀ। ਆਮੀਨ। ਮਸੀਹ ਨੂੰ ਦੁੱਖ ਸਹਿਣਾ ਸੀ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਸੀ, ਤਾਂ ਜੋ ਆਪਣੀ ਮਹਿਮਾ ਵਿੱਚ ਦਾਖਲ ਹੋਵੇ। ਹਾਲੇਲੂਇਆ। ਅਸੀਂ ਪ੍ਰਾਰਥਨਾ ਕਰੀਏ। ਹੈ ਪ੍ਰਭੂ, ਸਾਡੀ ਦੁਆ ਸੁਣ। ਇਹ ਪਾਕ ਸ਼ਰਾਕਤ ਜਿਸ ਰਾਹੀਂ ਤੂੰ ਸਾਨੂੰ ਮੁਕਤੀ ਬਖਸ਼ੀ ਹੈ, ਇਸ ਦੁਨੀਆ ਵਿੱਚ ਤੇਰੀ ਮਦਦ ਲੈ ਆਵੇ ਅਤੇ ਸਾਡੇ ਲਈ ਸਦੀਵੀ ਖੁਸ਼ੀ ਦਾ ਵਾਅਦਾ ਬਣ ਜਾਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਅਰਪਣ ਕੀਤੀ ਗਈ ਪ੍ਰਭੂ ਦੀ ਸ਼ਾਂਤੀ ਵਿੱਚ ਜਾਈਏ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇ ਤੋਂ ਖਾਲੀ ਗਿਆ ਹੋਵੇ। ਐ ਕੁਆਰੀਆਂ ਦੀ ਅਤੇ ਮੇਰੀ ਮਾਂ, ਮੈਂ ਇਸ ਵੇਲੇ ਨਾਲ ਤੇਰੇ ਕੋਲ ਨੱਸੀ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇ ਤੇਰੀ ਹੋਈ ਕਲਾਮ ਦੀ ਮਾਂ, ਮੇਰੀ ਅਰਜ਼ਾਂ ਨੂੰ ਕੀ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰੀ। ਆਮੀਨ।
शांति दी रानी मुबारक मां मरियम साडे लिए दुआ कर। धन्य कहते हैं हम, धन्य कहते हैं हम, धन्य कहते हैं हम, धन्य कहते हैं हम। आशीष बरसाए तूने हम सब लोगों पर, आशीष बरसाए तूने हम सब लोगों पर। धन्य कहते हैं हम, धन्य कहते हैं हम, धन्य कहते हैं हम, धन्य कहते हैं हम। तू रहा सदा ही साथी हमारे सुख दुख में, तू रहा सदा ही साथी हमारे सुख दुख में। तू ही संग चले प्रभु जीवन की इस राह में, तू ही संग चले प्रभु जीवन की इस राह में। धन्य कहते हैं हम, धन्य कहते हैं हम, धन्य कहते हैं हम, धन्य कहते हैं हम।